असलामुअलैकुम दोस्तों, की हाल चाल है। ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਇੱਕ ਕਥਾ ਸੁਣਨੇ ਆ। ਬਾਕੀ ਗੱਲਬਾਤ ਬਾਅਦ ਚ ਕਰਾਂਗੇ। ਦੋਸਤੋ ਦੁਆ ਕਰਿਆ ਜੇ ਮੇਰੀ ਤਬੀਅਤ ਠੀਕ ਹੋ ਜਾਏ। ਮੈਨੂੰ ਕੱਲ ਦਾ ਬੁਖਾਰ ਹੈ ਤੇ ਮੇਰੀ ਇਹ ਦੁਆ ਹੈ ਕਿ ਜਿੱਥੇ ਜਿੱਥੇ ਇਹ ਲੋਕ ਮੇਰਾ ਚੈਨਲ ਦੇਖ ਰਹੇ ਨੇ, ਅੱਲਾਹ ਤਾਲਾ ਉਹਨਾਂ ਸਾਰਿਆਂ ਨੂੰ ਸਿਹਤ ਤੰਦਰੁਸਤੀ अता फरमाए। ਹੁਣ ਆਪਾਂ ਵੀਡੀਓ ਦੇਖਦੇ ਆ, ਬਾਕੀ ਗੱਲਬਾਤ ਬਾਅਦ ਚ। ਇੱਕਦਮ ਵਰਤਮਾਨ ਹੈ, ਇੱਕਦਮ ਹੀ ਸਾਡੇ ਕੋਲ ਹੈ। ਹਮ ਆਦਮੀ ਆ ਇੱਕਦਮ ਹੀ, ਮੌਲਤ ਮੌਤ ਨਾ ਜਾਣਾ। ਮਹਾਰਾਜ ਕਹਿੰਦੇ ਨੇ ਆਦਮੀ ਦੀ ਮਲਕੀਅਤ ਇੱਕਦਮ ਹੈ, ਇੱਕਦਮ। ਜੋ ਦਮ ਲੰਘ ਗਏ ਉਹ ਤੇ ਖਰਚ ਹੋ ਗਏ, ਉਹ ਤੇ ਕੋਈ ਨਹੀਂ ਇਹਦੇ ਕੋਲ। ਤੇ ਜਿਹੜੇ ਦਮ ਆਉਣੇ ਨੇ ਉਹ ਹੱਥ ਦੇ ਚ ਕੋਈ ਨਹੀਂ ਅਜੇ, ਉਹ ਜੇਬ ਦੇ ਚ ਨਹੀਂ ਨੇ। ਜਿਹੜੇ ਦਮ ਆਏ ਨਹੀਂ ਇਹ ਵਰਤ ਨਹੀਂ ਸਕਦਾ, ਜਿਹੜੇ ਦਮ ਚਲੇ ਗਏ ਇਹ ਵਰਤ ਨਹੀਂ ਸਕਦਾ। ਕਿਹੜਾ ਦਮ ਵਰਤ ਸਕਦਾ? ਇੱਕ ਜੋ ਮੂੰਹ ਦੇ ਚ ਹੈ, ਇਹਨੂੰ ਹੀ ਵਰਤ ਸਕਦਾ ਹੈ। ਇਸੇ ਨੂੰ ਨੰਦ ਲਾਲ ਕਹਿੰਦੇ ਨੇ, ਯਕਦਮ ਬਖੇਸ਼ ਰਾ ਨਾ ਬੁਰਦਮ ਕਿ ਕੀਸਤਮ ਐ ਵਾਏ ਨਕਦੇ ਜ਼ਿੰਦਗੀ ਰਾਏ ਗਾਂ ਗੁਜਸਤ। ਇਸ ਪੌੜੀ ਤੇ ਮੈਂ ਇਸ ਵਾਸਤੇ ਇਤਨਾ ਸਮਾਂ ਲਾਇਆ। ਇਹਨੂੰ ਜਦ ਮੈਂ ਲਿਖਤੀ ਰੂਪ ਦਿੱਤਾ ਸੀ, ਗਾਲਬਨ 100 ਸਫ਼ਿਆਂ 'ਚ ਵੀ ਪੂਰਾ ਨਹੀਂ ਕਰ ਸਕਿਆ ਸੀ ਮੈਂ। ਤੇ ਬਹੁਤਿਆਂ ਦੇ ਪ੍ਰਸ਼ਨ ਆਉਂਦੇ ਸਨ, ਅੰਤਰੀਵ ਤੀਰਥ ਫਿਰ ਕੀ ਹੈ? ਅੰਤਰੀਵ ਤੀਰਥ ਉਹ ਕਿਸੇ ਸ਼ਹਿਰ ਦੇ 'ਚ ਨਹੀਂ ਹੈ, ਕਿਸੇ ਮੁਲਕ ਦੇ 'ਚ ਨਹੀਂ ਹੈ। ਉੱਥੇ ਪਹੁੰਚ ਜਾਈਏ ਤੇ ਇਸ਼ਨਾਨ ਕਰੀਏ ਤੇ ਪਾਪ ਧੁਲ ਜਾਣ, ਨਹੀਂ। ਅੰਤਰੀਵ ਤੀਰਥ ਅੰਦਰ ਹੀ ਹੈ, ਔਰ ਹਰ ਇੱਕ ਦੇ ਅੰਦਰ ਹੈ, ਘਟ ਘਟ ਦੇ ਚ ਹੈ। ਪਰ ਮਨੁੱਖ ਨੂੰ ਅੱਜ ਤੱਕ ਜੋ ਕੁਝ ਵੀ ਮਿਲਿਆ ਬਾਹਰ ਮਿਲਿਆ, ਤੇ ਬਾਹਰ ਮਿਲਿਆ ਕਰ ਕਰਕੇ ਮਿਲਿਆ। ਮੈਂ ਫਿਰ ਦੁਹਰਾਵਾਂ, ਮਨੁੱਖ ਨੂੰ ਅੱਜ ਤੱਕ ਜੋ ਕੁਝ ਮਿਲਿਆ ਬਾਹਰ ਮਿਲਿਆ। ਪਰਿਵਾਰ ਮਿਲਿਆ, ਪਦਾਰਥ ਮਿਲੇ ਨੇ, ਮਾਨ ਸਨਮਾਨ ਮਿਲਿਆ, ਬਾਹਰੋਂ ਮਿਲਿਆ, ਔਰ ਕਰ ਕਰਕੇ ਮਿਲਿਆ। ਇਹ ਸੋਚਦਾ ਹੈ ਸ਼ਾਇਦ ਪਰਮਾਤਮਾ ਵੀ ਬਾਹਰੋਂ ਮਿਲੇ ਤੇ ਕਰ ਕਰਕੇ ਮਿਲੇਗਾ। ਅਗਰ ਮੇਰੇ ਕੀਤੇ ਹੋਏ ਨਾਲ, ਮੇਰੇ ਕੁਝ ਕਰਨ ਨਾਲ ਮੈਨੂੰ ਪਰਮਾਤਮਾ ਮਿਲਦਾ ਹੈ, ਪਰਮਾਤਮਾ ਕਤਈ ਵੱਡਾ ਨਹੀਂ, ਮੇਰਾ ਕਰਨਾ ਵੱਡਾ ਹੈ। ਜੋ ਮੈਂ ਕੀਤਾ ਹੈ ਉਹ ਵੱਡਾ ਹੈ। ਜਿਸ ਪੈਸੇ ਨਾਲ ਬਾਜ਼ਾਰ 'ਚ ਮੈਨੂੰ ਚੀਜ਼ ਮਿਲ ਗਈ, ਉਹ ਚੀਜ਼ ਇਤਨੀ ਵੱਡੀ ਨਹੀਂ ਹੈ, ਮੇਰਾ ਦਿੱਤਾ ਹੋਇਆ ਪੈਸਾ ਵੱਡਾ ਹੈ। ਮੇਰਾ ਕਰਮ ਮਹਾਨ ਹੈ ਜਿਹਦੇ ਨਾਲ ਮੈਨੂੰ ਪ੍ਰਮਾਤਮਾ ਮਿਲ ਗਿਆ। ਪ੍ਰਮਾਤਮਾ ਥੋੜੀ ਮਹਾਨ ਹੈ। ਕੋਈ ਵੀ ਮਨੁੱਖ ਉਤਨੇ ਕਰਮ ਕਰੇਗਾ, ਰੱਬ ਮਿਲ ਜਾਏਗਾ। ਹੁਣ ਮੈਂ ਫਿਰ ਅਰਜ਼ ਕਰਾਂ, ਕਰ ਕਰਕੇ ਨਹੀਂ ਮਿਲੇਗਾ। ਜਾਂ ਕਰ ਕਰਕੇ ਮਿਲ ਸਕਦਾ ਹੈ ਤਾਂ ਚਲੋ ਕੋਈ ਇੱਕ ਅੱਧ ਬੰਦਾ ਲੱਭ ਲਓ, ਉਹਦੇ ਕੋਲ ਪੁੱਛੋ ਤੈਨੂੰ ਕਰ ਕਰਕੇ ਖੇਡ ਕੁਝ ਬਣੀ ਹੈ? ਬੜਾ ਪਾਠ ਕੀਤਾ ਹੋਵੇਗਾ, ਬੜੀ ਸੇਵਾ ਕੀਤੀ ਹੋਵੇਗੀ, ਬੜਾ ਦਾਨ ਪੁੰਨ ਕੀਤਾ ਹੋਵੇਗਾ, ਤੂੰ ਬੜਾ ਕੁਝ ਕੀਤਾ ਹੋਵੇਗਾ, ਔਰ ਧਾਰਮਿਕ ਜਗਤ ਵਿੱਚ ਲੋਕੀ ਕਰਦੇ ਨੇ। ਬਹੁਤਾ ਮੈਂ ਹਰ ਪਹਿਲੂ ਨਹੀਂ ਖੋਲਣੇ, ਇੰਨਾ ਹੀ ਅਰਜ਼ ਕਰਾਂ। ਕਰ ਕਰਕੇ ਤੇ ਕਿਸੇ ਨੂੰ ਨਹੀਂ ਮਿਲਿਆ, ਅੱਜ ਤੱਕ ਨਹੀਂ ਮਿਲਿਆ। ਜਾਂ ਮਿਲਿਆ ਤੇ ਕੋਈ ਦੱਸੇ ਕਰ ਕਰਕੇ ਮਿਲਿਆ। ਮੈਂ ਇਤਨਾ ਦਾਨ ਦਿੱਤਾ ਤੇ ਭਗਵਾਨ ਮਿਲ ਗਏ, ਇਤਨੇ ਪਾਠ ਕੀਤੇ ਨੇ ਤੇ ਪ੍ਰਭੂ ਮਿਲ ਗਏ, ਇਤਨਾ ਸਤਸੰਗ ਕੀਤਾ ਹੈ ਤੇ ਸਤ ਪ੍ਰਾਪਤ ਹੋ ਗਿਆ, ਈਸ਼ਵਰ ਮਿਲ ਗਏ। ਫਿਰ ਕੁਛ ਨਾ ਕਰੀਏ, ਨਹੀਂ ਕਰ ਕਰਕੇ ਪਹੁੰਚਣਾ ਹੈ ਉੱਥੇ ਜਿੱਥੇ ਕਰਨਾ ਕੁਛ ਵੀ ਨਹੀਂ। ਅਕਰਮ ਹੈ, ਅਧਰਮ ਹੈ, ਪਰਮਾਤਮਾ ਕੁਛ ਵੀ ਨਹੀਂ ਕਰਦਾ। ਤੁਸੀਂ ਆਖੋਗੇ ਇਤਨਾ ਵੱਡਾ ਬ੍ਰਹਿਮੰਡ, ਇਤਨੇ ਸੂਰਜ ਚੰਦ ਤਾਰੇ, ਇਹ ਸਭ ਕੁਝ ਉਸ ਤੋਂ ਹੋ ਰਿਹਾ ਹੈ, ਉਹ ਕਰਦਾ ਨਹੀਂ। ਹੋ ਰਿਹਾ, ਹੋ ਰਿਹਾ। ਜੈਸੇ ਕੋਈ ਅਕਾਲ ਵਿੱਚ ਪਹੁੰਚ ਜਾਂਦਾ ਹੈ ਤੇ ਇਹਦਾ ਇਹ ਮਤਲਬ ਨਹੀਂ ਉਹ ਹੱਥ ਪੈਰ ਨਹੀਂ ਚਲਾਉਂਦਾ, ਭੱਜਦਾ ਦੌੜਦਾ ਨਹੀਂ, ਕੁਛ ਕਰਦਾ ਨਹੀਂ ਹੈ।
ਨਹੀਂ, ਉਸ ਤੋਂ ਸਭ ਕੁਝ ਹੁੰਦਾ ਹੈ, ਉਹ ਕਰਦਾ ਨਹੀਂ, ਕਰਤਾਪਨ ਖਤਮ ਹੋ ਜਾਂਦਾ ਹੈ, ਕਰਤਾਪਨ ਖਤਮ ਹੋ ਜਾਂਦਾ ਹੈ, ਹੁੰਦਾ ਹੈ, ਉਸ ਤੋਂ ਹੋ ਰਿਹਾ ਹੈ। ਇਸੇ ਨੂੰ ਕਹਿੰਦੇ ਨੇ ਕਰਮ ਕਰਤ ਹੋਵੇ ਨਹਿ ਕਰਮ, ਤਿਸ ਬੈਸਨੋਂ ਕਾ ਨਿਰਮਲ ਧਰਮ। ਨਿਰਮਲ ਧਰਮ ਅਕਰਮ ਤੇ ਖੜਾ ਹੈ, ਕਰਮ ਤੇ ਨਹੀਂ ਖੜਾ, ਕਰਮ ਤੇ ਮਹਿਲਾ ਧਰਮ ਖੜਾ ਹੈ, ਕਰਮ ਤੇ ਮਹਿਲਾ ਖੜਾ ਹੈ, ਕਿਉਂਕਿ ਕਰਮ ਦਾ ਹੰਕਾਰ ਹੋਵੇਗਾ, ਮੈਂ ਕੀਤਾ ਐਸਾ ਖਿਆਲ ਹੋਵੇਗਾ, ਇਹ ਮਹਿਲਾ ਧਰਮ ਹੈ। ਸੰਸਾਰ ਵਿੱਚ ਲੋਕਾਂ ਕੋਲ ਧਰਮ ਹੈ ਮਹਿਲਾ, तो मेला ही करेगा, और की है। इस वास्ते लोकी बाजार दे च भी लड़ते हैं, घर बाहर दे च भी लड़ते हैं, लोकी मस्जिद मंदिरां ते गुरुद्वारियां च भी लड़ते हैं, खूब लड़ते हैं। ਜਿਹੜੀਆਂ ਮਨੋਬਿਰਤੀਆਂ ਬਾਜ਼ਾਰ ਦੇ ਚ ਆਉਂਦੀਆਂ ਨੇ, ਪਰਿਵਾਰ ਦੇ ਚ ਆਉਂਦੀਆਂ ਨੇ, ਉਹੀ ਮਨੋਬਿਰਤੀਆਂ ਮੰਦਰ ਮਸਜਿਦ ਗੁਰਦੁਆਰੇ ਤੇ ਤੀਰਥਾਂ ਤੇ ਆਉਂਦੀਆਂ ਨੇ, ਮਨੋਬਿਰਤੀਆਂ ਤੇ ਉਹੀ ਨੇ। तो मैं अर्ज करा, ਕਰਨ ਤੇ ਕਰ ਦੇ ਉੱਤੇ ਜੋ ਧਰਮ ਖੜਾ ਹੈ ਮਹਿਲਾ ਹੈ। ਕਰਮ ਕਰਤ ਹੋਵੇ ਨੈ ਕਰਮ, ਕਰਦਿਆਂ ਕਰਦਿਆਂ ਕਿਧਰੇ ਅਕਰਮ ਹੋ ਜਾਏ। ਤੇ ਹੁਣ ਮੈਂ ਅਰਜ਼ ਕਰਾਂ, ਜਿਹਦਾ ਮਨ ਇੱਕ ਦਮ ਦੇ ਚ ਆ ਗਿਆ ਕੀ ਕਰੇਗਾ, ਕਿਤਨਾ ਕਰ ਸਕਦਾ ਹੈ, ਕਿੰਨੇ ਕੁ ਕਰਮ ਕਰ ਸਕਦਾ ਹੈ ਅਗਰ ਇੱਕ ਦਮ ਦੇ ਟਿਕ ਗਿਆ। ਇੱਕ ਚਿਤ ਜੈ ਇੱਕ ਛਿਨ ਧਿਆਇਓ, ਇੱਕ ਛਿਨ ਦੇ ਚ, ਇੱਕ ਦਮ ਦੇ ਚ ਤੇ ਇੱਕੋ ਹੀ ਦਫਾ ਵਾਹਿਗੁਰੂ ਕਹਿ ਸਕਦਾ ਹੈ। ਤਾਂ ਮੈਂ ਫਿਰ ਦੁਹਰਾਵਾਂ, ਸਾਰੇ ਪਾਪ ਧੁੱਲਣਗੇ, ਇੱਕ ਦਫਾ ਵਾਹਿਗੁਰੂ ਆਖਦੇ, ਕਰੋੜ ਦਫਾ ਵਾਹਿਗੁਰੂ ਆਖਦੇ ਨਹੀਂ ਧੁੱਲਣਗੇ। ਸਾਰੇ ਦੁੱਖ ਮਿਟਣਗੇ, ਇੱਕ ਦਫਾ ਵਾਹਿਗੁਰੂ ਆਖਦੇ, ਕਰੋੜ ਦਫਾ ਵਾਹਿਗੁਰੂ ਆਖਦੇ ਨਹੀਂ ਦੁੱਖ ਮਿਟਣਗੇ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣ ਦੀ ਜਾਚ ਬੰਦੇ ਨੂੰ ਆਉਂਦੀ ਏ, ਇੱਕ ਦਫਾ ਕਹਿਣ ਦੀ ਜਾਚ ਨਹੀਂ ਆਉਂਦੀ। ਇੱਕ ਦਫਾ ਤੇ ਕਹਿਣਾ ਆਉਂਦਾ ਹੈ, ਇੱਕ ਛਿਨ ਦੇ ਚ, ਇੱਕ ਦਮ ਦੇ ਚ। ਮਨ ਉੱਥੇ ਆਵੇ, ਮਨ ਨਹੀਂ ਆਉਂਦਾ, ਮਨ ਕਾਲ ਦੇ ਚ ਭਟਕਦਾ ਹੈ। ਗੁਜ਼ਰੇ ਹੋਏ ਕਾਲ ਦੀਆਂ ਯਾਦਾਂ, ਆਉਣ ਵਾਲੇ ਕਾਲ ਦੀ ਚਿੰਤਾ। ਸੌਰੀ ਭਾਈ ਜੀ। ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ, ਆਉਣ ਵਾਲੇ ਸਮੇਂ ਦੀ ਚਿੰਤਾ। ਗੁਜ਼ਰੇ ਹੋਏ ਦਮਾਂ ਦੀਆਂ ਯਾਦਾਂ, ਉਹਨਾਂ ਦਮਾਂ ਦੇ ਚ ਕੁਝ ਮਿਲਿਆ ਸੀ, ਕੁਝ ਵਿਛੜਿਆ ਸੀ, ਯਾਦਾਂ ਨੇ। ਆਉਣ ਵਾਲੇ ਦਮਾਂ ਦੀ ਚਿੰਤਾ ਹੈ ਵੀ ਇਹਨਾਂ ਦਮਾਂ ਚ ਕੁਝ ਮਿਲੇ, ਵਿਛੜੇ ਨਾ। ਆਉਣ ਵਾਲੇ ਸਮੇਂ ਦੀ ਚਿੰਤਾ ਔਰ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦਾ ਬੋਝ ਹਰ ਵਕਤ ਮਨੁੱਖ ਦੇ ਸਿਰ ਤੇ ਆਉਂਦਾ ਹੈ, ਮਨੁੱਖ ਦਬਿਆ ਹੁੰਦਾ ਹੈ। ਜੇ ਕਿਧਰੇ ਵਰਤਮਾਨ ਦੇ ਚ ਆ ਜਾਏ ਤੇ ਹੌਲਾ ਫੁੱਲ ਹੋ ਜਾਂਦਾ ਹੈ ਔਰ ਕੁਝ ਗੁਣਾਂ ਦੀ ਮਹਿਕ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਭਗਤੀ ਗੁਣਾਂ ਤੇ ਖੜੀ, ਇਸੇ ਪੌੜੀ ਜ਼ਿਕਰ ਆਏਗਾ, ਗੁਣਾਂ ਤੇ ਖੜੀ ਹੈ ਤੇ ਗੁਣ ਮਹਿਕ ਨੇ, ਸੁਗੰਧ ਨੇ। ਹੁਣ ਇੱਥੇ ਇੱਕ ਪ੍ਰਸ਼ਨ ਖੜਾ ਹੋਵੇਗਾ, ਜੇ ਅਕਾਲ ਪ੍ਰਮਾਤਮਾ ਹੈ, ਪਰਮ ਆਨੰਦ ਹੈ, ਪਰਮ ਜੀਵਨ ਹੈ ਜਿਸ ਵਿੱਚ ਮੌਤ ਨਹੀਂ ਹੈ, ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ। ਸਾਹਿਬ ਕਹਿੰਦੇ ਨੇ ਹੁਣ ਅਸੀਂ ਆਪਣਾ ਮਕਾਨ ਉੱਥੇ ਬਣਾਇਆ ਹੈ ਜਿੱਥੇ ਜੰਮਣਾ ਕੋਈ ਨਹੀਂ, ਮਰਨਾ ਕੋਈ ਨਹੀਂ, ਬੁਢੇਪਾ ਵੀ ਕੋਈ ਨਹੀਂ, ਗੱਲ ਖਤਮ। ਜੰਨਤ ਉਹ ਚੀਜ਼ ਤੇ ਜੰਨਤ ਬਾਬੇ ਨੂੰ, ਮਹਾਰਾਜ ਅਸੀਂ ਵੀ ਫਿਰ ਉੱਥੇ ਹੀ ਮਕਾਨ ਬਣਾਉਂਦੇ ਆ। ਨਾਨਕ ਬੱਧਾ ਘਰ ਤਾਂ, ਅਸੀਂ ਆਪਣਾ ਘਰ ਉੱਥੇ ਬਣਾਇਆ। ਕਿੱਥੇ ਬਣਾਇਆ? ਜਿੱਥੇ ਮਿਰਤ ਨਾ ਜਨਮ ਜਰਾ, ਜਿੱਥੇ ਜੰਮਣਾ ਕੋਈ ਨਹੀਂ, ਮਰਨਾ ਕੋਈ ਨਹੀਂ ਔਰ ਬੁਢੇਪਾ ਵੀ ਨਹੀਂ ਹੈ। ਵਰਤਮਾਨ ਵਿੱਚ ਆਉਂਦਿਆਂ ਜੀਵਨ ਦੀ ਲਾਲਸਾ ਮਿਟ ਜਾਂਦੀ ਹੈ, ਮਰਨ ਦਾ ਭੈ ਮਿਟ ਜਾਂਦਾ ਹੈ। ਜਦ ਜੀਵਨ ਦੀ ਲਾਲਸਾ ਖਤਮ ਹੋ ਗਈ, ਮਰਨ ਦਾ ਭੈ ਖਤਮ ਹੋ ਗਿਆ, ਇਹ ਮਨੁੱਖ ਜਨਮ ਮਰਨ ਤੋਂ ਨਿਕਲ ਗਿਆ। ਜੀਵਨ ਦੀ ਲਾਲਸਾ ਹੈ ਬੜੀ ਪ੍ਰਬਲ, ਤੇ ਮਰਨ ਦਾ ਭੈ ਉਤਨਾ ਹੀ ਹੋਵੇਗਾ, ਕਿਤਨਾ, ਜਿਤਨਾ ਜੀਵਨ ਦੀ ਲਾਲਸਾ ਹੋਵੇਗੀ।
ਬਿਲਕੁਲ ਤੇ ਕਾਲ ਸੱਚੀ ਵਿੱਚ ਗੱਲ। ਹੈ। ਤੇ ਕਾਲ ਵਿੱਚ ਸਿਰਫ ਸੁੱਖ ਨਹੀਂ, ਦੁੱਖ ਵੀ ਹੈ। ਜਿਤਨੇ ਵੱਡੇ ਸੁੱਖ ਉਤਨੇ ਹੀ ਵੱਡੇ ਦੁੱਖ, ਜਿਤਨੇ ਛੋਟੇ ਸੁੱਖ ਉਤਨੇ ਦੁੱਖ ਵੀ ਛੋਟੇ। ਫਿਰ ਮਨੁੱਖ ਕਾਲ ਵਿੱਚ ਕਿਉਂ ਰਹਿੰਦਾ ਹੈ? ਕਹਿੰਦੇ ਨੇ ਵਾਸ਼ਨਾ ਕਰਕੇ ਰਹਿੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੁਗ ਜੁਗ ख्वाहिश ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ। ਆਸਾ ਦੀਵਾਰ ਦੇ ਸ਼ਲੋਕ ਦਾ ਖੁਲਾਸਾ ਕੀਤਾ ਹੈ ਭਾਈ ਗੁਰਦਾਸ ਜੀ ਨੇ। ਇਸ ਵਾਸਤੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਕੁੰਜੀ ਕਹਿੰਦੇ ਨੇ। ਬਹੁਤ ਸਾਰੇ ਸ਼ਬਦ ਜੋ ਪੜ੍ਹਦੇ ਆ ਸਮਝ 'ਚ ਨਹੀਂ ਪੈ ਸਕਦੇ ਸਨ, ਉਸ ਜ਼ਮਾਨੇ 'ਚ ਭਾਈ ਗੁਰਦਾਸ ਜੀ ਨੇ ਖੋਲੇ ਸਨ। ਨਾਨਕ ਮੇਰ ਸਰੀਰ ਕਾ ਇੱਕ ਰਥ ਵਾਓ, ਉਸ ਦਾ ਖੁਲਾਸਾ ਕਰਦੇ ਨੇ ਭਾਈ ਗੁਰਦਾਸ। जुग जुग मेर शरीर का वासना बद्धा आवे जाए, फिर फेर वटाइए ज्ञानी होए मरम को पाए। कोई सूझवान होवे, ज्ञानी होवे ते उदी समझ च आए। बार बार आवना आउंदा है वासना करके, ते वासना किस दी आउंदी है? जो नहीं है। जो है उदी वासना नहीं आउंदी, वो तो है ही। जो कुछ है उसकी वासना खत्म हो जाती है, फिर भी वासना होती है, क्योंकि हुण भी कुछ ऐसा है जो नहीं है। 10 मुल्क जितण तो बाद सिकंदर दे नाल जो चल रहा सी एक साधु फकीर, उन्हें कहा हुण बस कर चलीए। कहंदा नहीं, अगले मुल्क जितने। वासना हमेशा उसे दी आउंदी है जो नहीं है, जो नहीं है। तो कुछ ना कुछ तो ऐसा होवेगा जो नहीं है हर एक को, हर बशर को। चाहे आम साधारण बंदा है, चाहे मुल्क दा हुक्मरान है, चाहे आम मूर्ख है या महान गुणवान है, निर्धन है धनवान है, कुछ ना कुछ तो ऐसा होवेगा जो नहीं है। बहुत कुछ ऐसा होवेगा जो नहीं है। ये भी मैं अर्ज करते हैं। और वासना किस दी आउंदी है? जो नहीं है। फिर वासना दे केंद्र 3 मन्ने ने, बुनियादां 3 मनियां ने। ध्यान नाल सुनना, इसनूं अर्ज करके फिर मैं पौड़ी दे अर्थ करके समाप्ति करांगा। और इस समाप्ति भी मजबूरी च मैं कर रहा, इस पौड़ी च बड़ा कुछ छुपिया था। कोशिश मेरी यही सी कि कम से कम अंतरीव तीरथ दी ते पूरी समझ आ जाए। इस वास्ते मैं अंतरीव तीरथ, ये मेरा ख्याल है गुरबानी है। अंतरीव इस तरह का भी नहीं समझ लेना कि मैं हंकार प्रगट कर रहा। मैनू भी सिर्फ समझ आई है, तीरथ ते पहुंचे मैं कोई नहीं। ये भी मैं अर्ज करते हैं, समझ जरूर आई तीरथ। चलो इतना हंकार मैं थोड़े सामने प्रगट कर दें। 45 साल कथा कर करके इतनी समझ आई है कि एक दफा वाहिगुरु आखदे सारे गुनाह मिटणगे, करोड़ दफा आखदे नहीं मिटणगे, नहीं मिटणगे। इतनी समझ जरूर आई है। जन्म मरण मिटेगा अकाल विच पहुंचदे हैं, काल विच रहिंदे नहीं। गुजरे हुए समय दियां यादां, आने वाले समय की चिंता, काल दे विच की फर्क है दोस्तों? मरदा रहेगा, जम जम मरे, मरे फिर जम्मे, बहुत सजाए पया दे लम्हे। दुख भोगण लई जन्म ते चाहिदा, जीवन ते चाहिदा। जन्म ही नरक है, जीवन ही नरक है। ये भी मैं अर्ज करते हैं। स्वर्ग अकाल है, काल दे च नहीं है स्वर्ग, इस चक्कर च ना पैना। स्वर्ग जन्नत काल विच सहूलतां आउंदियां ने, सहूलतां नूं मनुख सुख कह दिंदा है। और ऐसे सुख जिन्हां दे पिछे दुख ने। मैं हुणे ही अर्ज कीती है, ये 2 तरह के भगत ने। एक कह रहा है नहीं ये सुख चाहिए, कबीर कह रहा है। क्यों कह रहा है? सुख मांगत दुख आगल आवे। जितना सुख मिलता है उतना ही नाल दुख मिलता है, उतना ही दुख मिलता है। कल्ला सुख है ही नहीं।
ਆਮ ਮਨੁੱਖ ਦੀ ਤੇ ਇਹੀ ਸਮਝ ਹੈ ਨਾ, ਕੱਲਾ ਸੁੱਖ ਹੁੰਦਾ ਹੈ, ਨਹੀਂ ਆਉਂਦਾ। ਅਗਰ ਕੋਈ ਐਸਾ ਸਮਝਦਾ ਪਿਆ ਤਾਂ ਗਲਤ ਸਮਝਦਾ ਪਿਆ। ਇਹ ਮੈਂ ਅਰਜ਼ ਕਰਦੇ ਹਾਂ, ਕੱਲਾ ਸੁੱਖ ਨਹੀਂ ਆਉਂਦਾ, ਸੁੱਖ ਦੇ ਪਿੱਛੇ ਦੁੱਖ ਹੁੰਦਾ ਹੈ। ਕੱਲਾ ਜਨਮ ਨਹੀਂ ਆਉਂਦਾ, ਜਨਮ ਦੇ ਪਿੱਛੇ ਮਰਨ ਹੁੰਦਾ ਹੈ। ਜੇ ਰੋਜ਼-ਰੋਜ਼ ਮਨੁੱਖ ਜੀ ਰਿਹਾ ਹੈ ਤਾਂ ਮੈਂ ਅਰਜ਼ ਕਰਾਂ ਰੋਜ਼-ਰੋਜ਼ ਮਰ ਵੀ ਰਿਹਾ ਹੈ। ਇਹ ਦੋਵੇਂ ਇਕੱਠੇ ਹੀ ਭੋਗ ਰਹੇ। ਤੁਸੀਂ ਆਖੋਗੇ ਰੋਜ਼-ਰੋਜ਼ ਕਿਸ ਤਰ੍ਹਾਂ ਮਰ ਰਿਹਾ? ਇੱਕ ਉਦਾਹਰਣ ਦਿਆਂ, 5 ਸਾਲ ਦਾ ਬੱਚਾ ਹੈ ਤੇ ਅੱਜ ਦਾ ਦਿਨ ਲੰਘ ਗਿਆ ਤੇ ਮਾਂ ਕਹਿੰਦੀ ਹੈ ਮੇਰਾ ਬੱਚਾ ਇੱਕ ਦਿਨ ਵੱਡਾ ਹੋ ਗਿਆ। 5 ਸਾਲ ਤੇ ਇੱਕ ਦਿਨ, ਮੇਰਾ ਬੱਚਾ ਵੱਡਾ ਹੋ ਗਿਆ। ਕਬੀਰ ਕਹਿੰਦੇ ਨੇ ਇੱਕ ਦਿਨ ਛੋਟਾ ਹੋ ਗਿਆ, ਛੋਟਾ ਹੋ ਗਿਆ। ਅਗਰ ਇਸਨੇ 70 ਸਾਲ ਜੀਵਣਾ ਹੈ ਤੇ ਅੱਜ ਦਾ ਇੱਕ ਦਿਨ ਲੰਘ ਗਿਆ, ਘਟ ਗਿਆ। ਵੱਧ ਕਿਸ ਤਰ੍ਹਾਂ ਗਿਆ? ਕਬੀਰ ਕਹਿੰਦੇ ਨੇ ਉਹ ਕਿਉਂ ਸੋਚਦੇ ਹੋ, ਘਟ ਗਿਆ। जननी जानत है सुत बड़ा होत है, इतनक न जाने जे दिन दिन औद घटत है। एक दिन ते घट गया। हुण कबीर दा पैमाना अलग है, नाप तोल अलग ने उहदे। आम जगत दा अलग है भी ये ते वड्डा हो गया बच्चा। कबीर कह रहे छोटा हो गया। वड्डा भी होंदा जा रहा है, छोटा भी होंदा जा रहा है। मनुख जी भी रहा है, मर भी रहा है, वध भी रहा है, घट भी रहा है। ऐसा कोई वधना नहीं है जिहदे च घटना नहीं है। छिन छिन औद बिहात है, फूटे घट जाओ पाने। बस इत्थों ही ले लो। अगर जीवन रोज रोज वध रहा है तो रोज रोज नाल घट रहा है, बाकी सब कुछ दे नाल यही नुकता जोड़ लेना। सब कुछ दे नाल कुछ भी होवे उहदे नाल ये नुकता जोड़ लेना। वध रहा है, घट रहा है, ये दोवें इकट्ठे ही चलते हैं, अलग अलग नहीं चलते, इकट्ठे ही चलते। मान सन्मान वध रहा है, घट भी रहा है, सदा किसदा रहा है, ये भी मैं अर्ज करते हैं। इस वास्ते जिन्हां दी समझ ये गल आई है वो काल चों निकलण दी कोशिश करते हैं, यतन करते हैं। तो काल दे च मनुख क्यों रहना चाहता है? काल दी बड़ी पकड़ है, काल दी बड़ी ममता है, समय दी बड़ी काल दा मतलब मौत। मनुख समय चो नहीं निकलना। काल दा मतलब अल्लाह। इतनी ममता है, हर वक्त गुजरे हुए समय दी यादां च बैठा हुंदा है, हर वक्त आने वाले समय दी चिंता च बैठा हुंदा है। बड़ी पकड़, बड़ी पकड़। गुरबाणी कहती है वासना करके। भाई गुरदास जी कहते हैं वासना करके। वासना हमेशा उसदी आउंदी है, किसदी? जो नहीं है। बड़े ध्यान नाल सुनना, तुसीं सारे सियाणे सूझवान। उसदी ते वासना हो ही नहीं सकती, जो है वो तो है ही। वासना उसदी आउंदी है जो नहीं है। ते वासना दे 3 केंद्र मन्ने गए ने, 3 बुनियादां मनिया गई ने। वासना दे 3 झरने मन्ने गए, 3 थावां तो निकलदी है। इहदियां 3 बुनियादां ने जिन्हां दे उत्ते इहदा तामीर हुंदी है, उसरदी है। इहनूं इंज कहंदे ने हंकार वासना, लोभ वासना, काम वासना। ये वासना दे 3 केंद्र ने। अहंकार वासना, लोभ वासना, काम वासना। अहंकार वासना जितनी इज्जत है नहीं होर होवे, जितनी प्रभुता है नहीं। पिंड दे चौधरियां नहीं, पिंड दे चौधरी नाल खेड़ नहीं बनती, MP बन जाइए। अहंकार वासना MP बन गए, इहदे नाल भी गल नहीं बनती, मिनिस्टर बन जाइए। कोई 15-16 साल पुरानी गल है। एक सज्जन दरबार साहब मेरे कमरे च आया, नाल 4-5 गनमैन होर चंगे मिलनसार मनुख होर नाल सन। रस्मी गुफ्तगू तो बाद
कहने लगा मस्किन जी अज मेरे लिए अरदास करनी जब दरबार साहब जाओगे। मैं कहा की अरदास करनी है? कहने लगे इस तरह है MP ते हुण मैं कई दफा रह चुके हैं, MPA छोटी मोटी मिनिस्ट्री भी मिलती रही है। अच्छा तुसीं अरदास करो चीफ मिनिस्टर हो जावा। अल्लाह मैं कहा किसी होर जगह ते जा, गलत पासे आ गया। मैनू इस तरह दी अरदासां करनियां आउंदियां नहीं और इस दे नाल तैनूं संतुष्टि हो जानी है, ये तेरा ख्याल है। वासना नहीं रुकदी, वासना हमेशा उसदी आउंदी है जो नहीं है, जो नहीं है। चीफ मिनिस्टर भी बन जाएगा तो फिर की है, प्राइम मिनिस्टर बनने की ख्वाहिश पैदा हो जाएगी, वासना पैदा हो जाएगी। वासना तो हमेशा अगे जाती है, हमेशा अगे जाती है। वो चीफ मिनिस्टर ते ना बनया, लेकिन एक दिन मैनू कपूरथले मिले, कहना मस्किन जी तुसी ठीक कहंदे हो। मैं कहा मेरा आख्या होया ठीक लग्या है, इस तरह लग्या है जिवें लोमड़ी कहंदी सी अंगूर खट्टे ने, खट्टे ने। हाय 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 उदों तुसीं नहीं आख्या सी, उदों तो मेरी गल दा तुसीं बुरा मनया सी। हुण अंगूर खट्टे ने हन ते मिठे, पर हुण हथ नहीं पहुंचदा, खट्टे ने। वासना हमेशा उसदी आउंदी है जो नहीं है, नहीं है। इस आधार ते इस तरह दियां फोखियां अरदासां मेरे कोल होईयां नहीं ते कईयां कोल नास्तिक होने का यह इल्जाम मैं लिया है। ये भी मैं अर्ज करां। अहंकार वासना, लोभ वासना, जिन्ना धन है जितना पदार्थ है उते है, वासना उसदी नहीं, वासना उसदी आउंदी जो हुण भी नहीं है। जितनी संपदा है उसकी वासना नहीं होते है, जितना धन है होते है, वासना उसदी है जो हुण भी नहीं है, जो हुण भी नहीं है। काम वासना जो रूप नहीं है, और मैं अर्ज करा वासना किसी थां ते भी नहीं रुकती, ना अहंकार वासना, ना लोभ वासना, ना काम वासना। 600 बेगमा सन निजाम हैदराबाद दियां, क्या वासना रुक गई सी? वासना ते नहीं रुकी, जिंदगी खत्म हो गई सी वासना दे। 400 महारानियां सन महाराजा पटियाला दियां, क्या वासना मिट गई सी? नहीं, खुद मिट गया। महाराजा पटियाला मिट गया, वासना थोड़ी मिटती है, वासना ने फिर जन्म दिता होगा। वासना बद्दा आवे जाए, कहते शरीर बुढ़ा हो जाता है, वासना नहीं बुढ़ी होती, वासना सदा जवान रहती है। अगर वासना भी बुढ़ी हो जाए तो अगला जन्म नहीं हो सकता। शरीर खत्म हो गया, मर गया, वो वासना कि अगे फिर मां बाप की वासना त्रिवेणी का संगम होकर जन्म हो जाता है, जन्म हो जाता है। वासना ही नहीं रही, अगला जन्म नहीं हो सकता। ये भी मैं अर्ज करते हैं। ऐसा मनुख अमर जिंदगी नूं प्राप्त कर लेगा। वासना रहिंदी है, शरीर बिरद हो जाता है, वासना बिरद नहीं आती। मेरे नाल इंडिया 3-4 सज्जन ऐसे भी रहे ने, शरीर बिल्कुल ठीक सी, 95-96 साल दे सन, सारे लोग उन्होंने बाबा बाबा करके बुलान, बड़े लंबे दाड़े सन। मेरे नाल दे जिहड़े साथी ने उन्होंने सारिਆਂ ਨੂੰ पता है। और सुभाविक मैं उन्होंने कई दफा रोंदा होया देखदा सी, और एक दिन सच्चाई कबूल की भी ज्ञानी जी तुसी ठीक कहंदे हो, शरीर बिरद हो गया, वासना जवान है, वासना नहीं मरती। कि मैं आम पद्धर दे मनुख की गल नहीं कर रहा, ऐसे मनुख की गल कर रहा जो घट तो घट 3-4 घंटे वाहिगुरु मंत्र का जप करदा सी, पूरा नितनेम भी करदा सी
ਔਰ ਸੁਖਮਨੀ ਸਾਹਿਬ ਦੇ 2 ਪਾਠ ਕਰਦਾ ਸੀ, ਸਵੇਰੇ ਵੀ ਕਰਦਾ ਸੀ, ਸ਼ਾਮੇ ਵੀ ਕਰਦਾ ਸੀ। ਸੁਖਮਨੀ ਇਹ ਵੀ ਇੱਕ ਗੁਰਬਾਣੀ ਦਾ ਹਿੱਸਾ ਹੈ। ਵਾਸ਼ਨਾ ਤੇ ਨਹੀਂ ਮਿਟਦੀ, ਸਰੀਰ ਤੇ ਮਿਟਣ ਨੂੰ ਆ ਗਿਆ, ਸਰੀਰ ਤੇ ਮਿਟਣ ਨੂੰ ਆ ਗਿਆ। ਕੋਈ ਢਿੱਲੇ ਰਹਿਣ ਲੱਗ ਪਏ ਸਨ, ਕਹਿਣ ਲੱਗੇ ਸਰੀਰ ਤੇ ਮਿਟਣ ਨੂੰ ਆ ਗਿਆ, ਵਾਸ਼ਨਾ ਤੇ ਨਹੀਂ ਮਿਟੀ। ਤੇ ਤੁਸੀਂ ਕਹਿੰਦੇ ਵਾਸ਼ਨਾ ਹੈ ਤਾਂ ਫਿਰ ਜਨਮ ਹੋ ਜਾਏਗਾ। ਤਾਂ ਕਹਿੰਦਾ ਜਿੰਨਾ ਪੌੜਿਆਂ ਚ ਮੈਂ ਲੰਘਾਂ ਫਿਰ ਲੰਘਾਂਗਾ। ਇਸ ਵਾਸਤੇ ਭਾਰਤ ਦੇ ਸਭ ਤੋਂ ਵੱਡਾ ਦੁੱਖ ਮੰਨਦੇ ਨੇ ਜਨਮ ਤੇ ਮਰਨ। ਜਨਮ ਹੋ ਗਿਆ ਹੈ ਤਾਂ ਹੁਣ ਦੁੱਖਾਂ ਦਾ ਮੂਲ ਤੇ ਵੱਜ ਗਿਆ, ਹੁਣ ਸਾਰੇ ਦੁੱਖ ਭੋਗੇਗਾ। ਬਾਰ-ਬਾਰ ਦਾ ਜੰਮਣਾ ਮਰਨਾ ਇਸੇ ਨੂੰ ਦੋਜ਼ਖ ਮੰਨਿਆ, ਇਸੇ ਨੂੰ ਹੀ ਨਰਕ ਮੰਨਿਆ। ਇਹਦੇ ਉੱਤੇ ਮੈਂ ਇੱਕ ਉਦਾਹਰਣ ਦੇਣਾ ਹੁੰਦਾ, ਉਹ ਵੀ ਤੁਹਾਡੇ ਸਾਹਮਣੇ ਰੱਖਦੇ ਹਾਂ। ਇੱਕ ਬੱਚਾ ਪਹਿਲੀ ਤੋਂ ਦੂਜੀ, ਤੀਜੀ, ਚੌਥੀ, ਪੰਜਵੀਂ ਪ੍ਰਾਇਮਰੀ ਸਕੂਲ ਪਾਸ ਕਰਕੇ ਹਾਈ ਚ ਗਿਆ ਤੇ ਅੱਜ ਜਦ 10ਵੀਂ ਦੇ ਚ ਬੈਠਾ ਤੇ ਉਹਨੂੰ ਕਹੀਏ ਹੁਣ ਤੂੰ ਪਹਿਲੀ ਚ ਬੈਠ, ਜਿਹੜੀਆਂ ਕਿਤਾਬਾਂ ਪੜ੍ਹ ਚੁੱਕੇ ਆ ਫਿਰ ਪੜ੍ਹ, ਜਿਨ੍ਹਾਂ ਕਲਾਸਾਂ ਚੋਂ ਲੰਘ ਚੁੱਕੇ ਆ ਫਿਰ ਲੰਘ, ਜਿਹੜੇ ਮਕੋੜੇ ਤੋਂ ਮਾਰ ਚੁੱਕੇ ਆ ਫਿਰ ਮਾਰ। ਇਹ ਤੇ ਬਹੁਤ ਵੱਡਾ ਦੁੱਖ ਹੋਵੇਗਾ। ਜਿਹੜੀਆਂ ਕਿਤਾਬਾਂ ਪੜ੍ਹ ਚੁੱਕੇ ਆ ਫਿਰ ਪੜ੍ਹੇ, ਜਿਨ੍ਹਾਂ ਕਲਾਸਾਂ ਚੋਂ ਲੰਘ ਚੁੱਕੇ ਆ ਫਿਰ ਲੰਘੇ। ਮਨੁੱਖ ਦਾ ਜਨਮ ਹੋਇਆ, ਮਾਸੂਮ ਬੱਚਾ ਹੈ, ਮਾਂ ਦੀ ਪਿਤਾ ਦੀ ਗੋਦ ਵਿੱਚ ਹੈ, ਫਿਰ ਸਹਿਜੇ ਸਹਿਜੇ ਵੱਡਾ ਹੋਇਆ, ਖਿਡੌਣਿਆਂ ਦੀ ਖੇਡ ਹੈ, ਫਿਰ ਸਹਿਜੇ ਸਹਿਜੇ ਹੋਰ ਵੱਡਾ ਹੋ ਰਿਹਾ, ਸਕੂਲ ਦੀ ਪੜ੍ਹਾਈ ਲਿਖਾਈ ਹੈ, ਫਿਰ ਹੋਰ ਵੱਡਾ ਹੋਇਆ, ਜਵਾਨ ਹੋਇਆ, ਵਿਆਹ ਹੋਇਆ, ਬਾਲ ਬੱਚੇ ਹੋਏ ਨੇ, ਕੰਮ ਧੰਦਿਆਂ ਦੇ ਵਿੱਚ ਪ੍ਰਵਿਰਤ ਹੋਇਆ, ਸਹਿਜੇ ਸਹਿਜੇ ਬੁੱਢਾ ਹੋਇਆ। ਤੇ ਅੱਜ ਇਹਨੂੰ ਕਹੀਏ ਤੂੰ ਮਰ ਕੇ ਫਿਰ ਇਹੀ ਕੁਝ ਕਰੇਗਾ। ਅੱਜ ਮਰਨ ਲੱਗਿਆ ਉਹਨੂੰ ਕਹੀਏ ਫਿਰ ਤੇਰਾ ਜਨਮ ਹੋਵੇਗਾ, ਤੂੰ ਫਿਰ ਖਿਡੌਣਿਆਂ ਨਾਲ ਖੇਡੇਗਾ, ਤੂੰ ਫਿਰ ਸਕੂਲੇ ਪੜ੍ਹਨੇ ਜਾਵੇਂਗਾ, ਤੇਰਾ ਫਿਰ ਵਿਆਹ ਹੋਵੇਗਾ, ਤੂੰ ਫਿਰ ਕੰਮ ਧੰਦਿਆਂ ਦੇ ਵਿੱਚ ਪ੍ਰਵਿਰਤ ਹੋਵੇਂਗਾ, ਤੂੰ ਫਿਰ ਬਾਲ ਬੱਚਿਆਂ ਦੀ ਪਾਲਣਾ ਕਰੇਗਾ, ਤੇ ਫਿਰ ਤੂੰ ਦੁੱਖ ਸੁੱਖ ਕਰਕੇ ਬੁੱਢਾ ਹੋਵੇਂਗਾ, ਫਿਰ ਤੂੰ ਮਰੇਗਾ, ਫਿਰ ਤੇਰਾ ਜਨਮ ਹੋਵੇਗਾ। ਇਹ ਤੇ ਜੋ ਕਰ ਚੁੱਕੇ ਆ ਫਿਰ ਕਰੀਏ, ਜਿੱਥੋਂ ਲੰਘ ਚੁੱਕੇ ਆ ਫਿਰ ਲੰਘੀਏ। ਪਰ ਵਾਸ਼ਨਾ ਕਰਕੇ ਐਸਾ ਹੁੰਦਾ ਹੈ। ਜੁਗ ਜੁਗ ਮੇਰ ਸਰੀਰ ਕਾ, ਭਾਈ ਸਾਹਿਬ ਭਾਈ ਗੁਰਦਾਸ ਜੀ। जुग जुग मेर शरीर का, वासना बद्दा आवे जाए। वासना उसदी होंदी है जो नहीं है, जो हुण भी नहीं है। ते दुनिया दे तुसी एक मनुख दा भी जिक्र नहीं कर सकते जो कह देवे सब कुछ है मेरे को। नहीं, कुछ ना कुछ तो है ऐसा जो नहीं है, ताई ते वासना है। जिन्ने चिर तक मनुख अकाल दे च नहीं जांदा, कुछ ना कुछ नहीं है, वासना उस पासे जाएगी। ते वासना दे एक 3 केंद्र, अहंकार वासना, लोभ वासना, काम वासना। ये वासना सीमा तो अगे चली जाए, चाहे अहंकार वासना है, चाहे लोभ वासना है, ते चाहे काम वासना है, मनुख पागल हो जाता है। सियाणे कहते ने हिटलर पागल सी, वरना 2.5 करोड़ बंदियां नूं मनुख कतल नहीं कर सकता, इन्ने बंदे उसने मारे ने। हंकार वासना इतनी वध गई, दूजे नूं कबूल करना ही औखा हो गया। हंकार दा मतलब कि आहंग, मैं हां, तू की है, तू कुछ भी नहीं है, तू मेरे सामने होया गर्दन उड़ा देंगा। अहंकार वासना। सियाणे लोग कहंदे चंगेज खां, हलाकू, बाबर, हिटलर, मौसे तुंग पागल सन। ये गल वखरी है। वासना ग्रसे लोग पागल नहीं आखणगे। जिन्हां नूं थोड़ी जिहा वर्तमान या अकाल दी झलक पई है, वो कहंदे ने लोग पागल ने। पागल है औरंगजेब। हद हो गई, 3 भरा मार देते क्योंकि देखे है ये मेरी बराबरी कर सकते हैं, शरीक ने। फिर देखे बुढ़ा प्यो कि जिन्ने चिर तक जिंदा है तख्त नहीं मिलेगा, उन्होंने जेल च पाया। अल्लाह। फिर जहां आ रहा वड्डी भैन, वो दारे दा पख लैंदी सी, दूजे भरा दा पख लैंदी सी, औरंगजेब दा पख नहीं लैंदी सी। औरंगजेब नूं ते गालां कढदी सी।
ਔਰੰਗਜ਼ੇਬ ਨੂੰ ਕਹਿੰਦੀ ਸੀ ਤੂੰ ਮੂੜ ਹੈ, ਤੂੰ ਦੁਸ਼ਟ ਹੈ, ਤੂੰ ਕਠੋਰ ਹੈ। ਉਹਨੂੰ ਕੇਸਾਂ ਤੋਂ ਦਰੂ ਕੇ ਆਗਰੇ ਵਿੱਚ ਉਸੇ ਕਿਲੇ 'ਚ ਬੰਦ ਕੀਤਾ ਜਿੱਥੇ ਸ਼ਾਹਜਹਾਂ ਬੰਦ ਸੀ। 7 ਸਾਲ ਵੱਡੀ ਭੈਣ ਔਰੰਗਜ਼ੇਬ ਦੀ ਜੇਲ੍ਹ ਵਿੱਚ ਰਹੀ ਹੈ। ਸਿਆਣੇ ਮਨੁੱਖ ਕਹਿੰਦੇ ਨੇ ਪਾਗਲ ਸੀ। ਸਰਮਦ ਜੈਸਾ ਸੂਫੀ ਫਕੀਰ ਕਤਲ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਹੀਦ ਹੋਏ ਇਸੇ ਦੇ ਰਾਜਕਾਲ ਦੇ ਵਿੱਚ। ਸ਼ਾਇਦ ਆਪ ਦੀ ਨਜ਼ਰਾਂ 'ਚ ਗੁਜ਼ਰੀ ਹੋਵੇ ਹਿੰਦ ਕੇ ਔਲੀਆ व ਅਕਰਾਮ ਇੱਕ ਕਿਤਾਬ ਹੈ। ਕੁਛ ਤੇ ਕਹਿੰਦੇ ਨੇ ਸਾਰੇ ਖਿਆਲ ਅਬਦੁਲ ਕਲਾਮ ਆਜ਼ਾਦ ਦੇ ਸਨ ਉਸ ਕਿਤਾਬ ਦੇ ਵਿੱਚ, ਜੋ ਸੰਨ 47 ਵਿੱਚ ਆਜ਼ਾਦ ਹਿੰਦੁਸਤਾਨ ਦਾ ਪਹਿਲਾ ਵਿਦਿਆ ਮੰਤਰੀ ਬਣਾਇਆ ਗਿਆ, एजुकेशनल मिनिस्टर बनाया गया, अब्दुल कलाम आजाद। हिंद के औलिया व अकराम, हिंदुस्तान दे ਜਿਹੜੇ ਫਕੀਰ ਤੇ ਸੰਤ ਪੈਦਾ ਹੋਏ ਨੇ, ਉਹਨਾਂ ਦੀ ਜੀਵਨ ਕਥਾ, ਉਹਨਾਂ ਦੇ ਵਿਚਾਰ, ਉਹਨਾਂ ਦੀ ਫਿਲਾਸਫੀ, ਉਹਨਾਂ ਦੀ ਤਰਜ਼ ਜ਼ਿੰਦਗੀ ਛੋਟੇ ਛੋਟੇ ਰੂਪ ਵਿੱਚ ਬਿਆਨ ਕੀਤੀ ਗਈ ਹੈ। ਉਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਵੀ ਜ਼ਿਕਰ ਹੈ, ਗੁਰੂ ਗੋਬਿੰਦ ਸਿੰਘ ਜੀ ਦਾ, ਹਜ਼ਰਤ ਨਿਜ਼ਾਮੁਦੀਨ ਦਾ ਵੀ ਜ਼ਿਕਰ ਹੈ ਔਰ स्वामी महावीर ਦਾ, महात्मा बुद्ध ਦਾ ਵੀ। हिंद के औलिया व अकराम फारसी नुमा उर्दू ਦੇ ਚ ਹੈ ਇਹ ਕਿਤਾਬ। ਇਹਦੇ ਵਿੱਚ ਅਬਦੁਲ ਕਲਾਮ ਆਜ਼ਾਦ ਕਹਿੰਦਾ ਹੈ, उर्दू ਵਿੱਚ ਜਿਹੜੇ ਅੱਖਰ ਲਿਖੇ ਹੋਏ ਨੇ, हो सकता है ऐ औरंगजेब खुदावन ताला आपके तमाम गुनाह माफ कर दे, पर सरमद जैसे सूफी संत का कत्ल नाकाबिले माफ है। ये लफ्ज ने उत्थे अल्लाह अकबर। ਇਹਦੀ ਕਬਰ ਜਾਮਾ ਮਸਜਿਦ ਦੇ ਕੋਲ ਬਣੀ ਹੋਈ ਹੈ। ਹੁਣ ਤੇ ਸਾਰਾ ਦਿਨ ਮੁਸਲਮਾਨ ਫੁੱਲ ਚੜਾਉਂਦੇ ਨੇ, ਚਾਦਰਾਂ ਚੜਾਉਂਦੇ ਨੇ। ਇਹਨੂੰ ਕਤਲ ਕਰ ਦਿੱਤਾ ਸੀ ਲਾਲ ਕਿਲੇ ਦੇ ਵਿੱਚ ਔਰੰਗਜ਼ੇਬ ਨੇ ਆਪਣੀ ਅੱਖਾਂ ਦੇ ਸਾਹਮਣੇ। ताला आपके तमाम गुनाह माफ कर दे, पर गुरु तेग बहादुर साहब त्याग बैराग, बैराग की मूर्ति का कत्ल नाकाबिले माफ है। गुरु गोबिंद सिंह जी के बच्चों बारे भी लिख सकता सी। हाँ, चलो उसने अपनी कलम नूं संकोच दिता है, अनेकां कारण हो सकते हैं, लेकिन फिर भी औरंगजेब नूं आख्या पागल है तू, वो भी कहता पागल है। प्रभुता दी वासना इतनी वध गई, इतनी वध गई, डुब गया। प्रभा गुरु नानक देव जी महाराज कहते हम देखा तैं डुबे वाले, मैं देखदा सारे ही मनुख डुबे पए ने। कोई लोभ वासना दे, कोई हंकार वासना दे, कोई काम वासना दे डुबे पे ने। हम देखा तैं डुबे वाले। गुरु नानक ਇਨਸਾਨ ਇੱਕਦਮ ਦਾ ਵਰਤਮਾਨ ਹੈ ਜੀ। ਠੀਕ ਹੈ ਦੋਸਤੋ, ਵਾਕਈ ਕਿਸੇ ਮਹਾਪੁਰਸ਼ ਨੇ ਕਿਹਾ ਕਿ ਕੜੀ ਚੱਲਦੀ ਚੱਲਦੀ ਰੁਕ ਜਾਣੀ, ਜਦੋਂ ਚਾਬੀ ਉਮਰ ਦੀ ਮੁੱਕ ਜਾਣੀ, ਨਬਜ਼ਾਂ ਰਹਿਣ ਹਕੀਮਾਂ ਦੇ ਹੱਥ ਫੜੀਆਂ, ਜਦੋਂ ਗੋਲੀ ਸੀਨੇ 'ਚ ਠੁੱਕ ਜਾਣੀ, ਜਿਹੜੀ ਬੀਵੀ ਤੇਰੇ ਸਿਰ ਤੇ ਕਲੋਲ ਕਰੇ ਜਾਵੇ ਸਦਕੇ ਤੇ ਮਿੱਠੇ ਮਿੱਠੇ ਬੋਲ ਕਰੇ। ਅਜ ਲਾਸ਼ ਨੂੰ ਵੇਖ ਕੇ ਡਰਨ ਲੱਗੀ, ਅੱਖਾਂ ਟੱਡੀਆਂ ਵਰਾਸ਼ ਸੁੱਕ ਜਾਣੇ, ਭਾਈ ਆਖਣ ਸਾਡੀ ਬਾਂਹ ਭੱਜ ਗਈ, ਬੁੱਢੇ ਬਾਪ ਦੀ ਕਮਰ ਝੁਕ ਜਾਣੀ। ਦੋਸਤੋ, ਵਾਕਈ ਇਨਸਾਨ ਇੱਕਦਮ ਦਾ ਵਰਤਮਾਨ ਹੈ। ਇੱਕਦਮ ਹੁੰਦਾ ਜੇ ਆ ਗਿਆ ਤੇ ਉਹ ਜ਼ਿੰਦਾ, ਅਗਰ ਉਹ ਦਮ ਨਹੀਂ ਆਉਂਦਾ ਤੇ ਉਹ ਬੇਦਮ ਹੈ, ਫਿਰ ਉਹ ਖਤਮ ਹੈ। ਠੀਕ ਹੈ। ਦੂਸਰਾ ਇਹ ਕਿ ਇਹਦੇ ਵਿੱਚ ਦੁੱਖ ਸੁੱਖ ਦੀ ਗੱਲ ਕੀਤੀ ਗਈ, ਫਿਰ 3 ਚੀਜ਼ਾਂ ਦੀ ਗੱਲ ਕੀਤੀ ਗਈ ਕਿ ਲੋਭ, ਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਹੰਕਾਰ ਮਤਲਬ ਕਿ ਗਰੂਰ ਦੀ ਵਾਸ਼ਨਾ, ਤਕੱਬਰ, ਕਿ ਦੂਸਰਾ ਉਹਨੂੰ, ਕੋਈ ਬੰਦੇ ਨੂੰ ਇਹ ਗਰੂਰ ਹੰਕਾਰ ਆ ਜਾਵੇ
ਕਿ ਉਹ ਦੂਸਰੇ ਨੂੰ ਬਰਦਾਸ਼ਤ ਹੀ ਨਾ ਕਰੇ। ਲੋਭ ਵਾਸ਼ਨਾ ਲਾਲਚ ਬਹੁਤ ਜ਼ਿਆਦਾ ਆ ਜਾ, ਕਾਮ ਵਾਸ਼ਨਾ ਖਵਾਇਸ਼ ਔਰਤਾਂ ਦੀ ਖਵਾਇਸ਼ ਹੋ ਸਕਦੀ ਹੈ, ਦੁਨੀਆ ਦੀ ਖਵਾਇਸ਼ ਹੋ ਸਕਦੀ ਹੈ, ਕਾਮ ਵਾਸ਼ਨਾ ਇਹਨੂੰ ਕਹਿੰਦੇ ਨੇ। ਦੋਸਤੋ ਰਾਤ ਕਾफ़ी ज़्यादा तबीयत ख़राब रही तो थोड़ी जी तबीयत बेहतर हुई सी तो हुण सुबह उठ के मैं वीडियो बना रहा सी सुबह 4 वजे तो सिर नूं चक्कर भी आ रहे ने, बहुत ज़्यादा तबीयत ख़राब है तो दुआ करिया जे कि तबीयत जल्दी ठीक हो जाए। आपां इस तरह ज्ञानी संत सिंह मस्कीन जी दियां वीडियो लैके आंदे रवांगे। इंशाअल्लाह अपने चैनल ते वो वीडियो आएगी जिहड़ी अगे कदी भी आपां नूं इत्थों कितों नहीं मिली होएगी। बड़े मेहनत दे नाल वीडियो लभ के लियाई दी है ज्ञानी संत सिंह मस्कीन जी दी। तुसीं इस तरह प्यार बनाए रखो, मेरे चैनल नूं जरूर सबसक्राइब करया करो, वीडियो ते कम से कम 100 लाइक जरूर दिया जे। तो दोस्तों ये काम काफ़ी ज़्यादा औखा है, मैं तुहानूं दसां इस तरह वीडियो बनाना एडिटिंग करना मेरे कम से कम 14 तो 15 घंटे दिहाड़ी दे लग जांदे ने। इस तरह ये सोशल मीडिया तो इधर उधर कर करा के जो भी ओवरऑल मेहनत बड़ी लगती है। दोस्तों तुसी एक लाइक करना, सिर्फ एक अंगूठा ਉਹਨੂੰ टिक करना तुसी ते उहदे नाल मैनू बहुत ज़्यादा हौसला अफजाई मिलनी। एक तुहाडा अच्छा जिहा कमेंट जिहड़ा वो मैनू बहुत ज़्यादा हौसला दिंदा। यकीन करो काश सोशल मीडिया ते लोग ये चीज़ समझदे होण कि तुहाडा जिहड़ा कमेंट है वो बंदे नूं इत्थों इत्थे लैके जांदा, तुहाडे मैंटली तौर ते भी तुहाडे हिरदे नूं भी बहुत ज़्यादा सुकून मिलदा। बाकी तुसी ज़रूर एक लाइक करया करो, कमेंट करया करो। देखो ना कि वीडियो तो वेखी होंगी 10,000 बंदे ने या 15,000 बंदे ने या 5,000 बंदे ने तो लाइक सिर्फ 70 80 75 100 इन्ने को लाइक होंगे ने। इनकी वजह तो डिमोटिवेट बंदा थोड़ा जाता। लेकिन आपां इंशाअल्लाह ज्ञानी संत सिंह मस्कीन जी ने इस तरह ही प्रचार इन्हां दा करवाते रहांगे। वैसे तो 2005 दे विच चले गए ने, लेकिन अपनी पूरी कोशिश कि दोबारा नवीं आने वाली यूथ नूं, यंग जनरेशन नूं ये चीज़ दसी जाए कि इतनी महान शख्सियत भी गुजर के गई है तो तुसी इनकी इज्जत करो, तुसी इनू अपनी ज़िंदगी च लैके आओ, तुहाडियां जिंदगियां बदल जाणगियां। जिस तरह दौर गुजरदा पिया दोस्तों, बंदे दे ना बहुत ज़्यादा बंदे दी लाइफ दे विच, जिंदगी दे विच तेज़ी आ रही है, जिंदी वजह तो बंदा रब तो ते धर्म तो दूर हो रहा। मैं छोटी जी कोशिश कर रहा, मैं अपने वालों पिछले 6 महीने तो लगातार मैं वीडियो पा रहा दोस्तों। 180 दिन हो गए ने तो लगातार मैं 15 तो 20 घंटे 17 घंटे मैं काम करना, वर्क करना इस चीज़ से, ताकि मैं अपने दोस्तों तक ये चीज़ पहुँचा सकां। तो तुहाडा एक अंगूठा, एक लाइक मैनू बहुत मोटिवेशन देगा। एक अच्छा जिहा कमेंट भी करया करो, उहदे नाल तुसी शायद ना समझो लेकिन मैनू पता कि बड़ी हौसला अफजाई बंदे दी हुंदी। मिलने नवीं वीडियो दे नाल। दुआ करिया जे कि तबीयत जल्दी ठीक हो जाए। इस वास्ते स्लो बोलिया जा रहा, दुआ करिया जे। तुसी भी मेरे वालों ये दुआ है कि मेरी फैमिली, यूट्यूब फैमिली जिथे जिथे भी अल्लाह ताला उन्होंने खुश रखे, आबाद रखे, उन्हां ते अपनियां रहमतां करे। मेरे वास्ते भी दुआ करिया जे, अल्लाह ताला मैनू सेहत देवे, ताकत देवे ते इस तरह आपां काम करते रहिए। मिलने नवीं वीडियो नाल। अल्लाह हाफिज़।